ਅੱਜ ਕੈਨੇਡਾ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਵਾਧਾ ਹੋਇਆ, ਮੌਰਗੇਜ ਦੀਆਂ ਇੰਟਰਸਟ ਰੇਟਸ ਵਧੀਆਂ ਨੇ। ਕੈਨੇਡਾ 'ਚ 35 ਮਿਲੀਅਨ ਬੰਦਾ ਰਹਿੰਦਾ ਹੈ। ਦੈਟ ਮੀਨਸ ਜੇ 35 ਮਿਲੀਅਨ ਦੇ ਅੱਗੇ ਪਟੀਸ਼ਨ ਜਾਊਗੀ ਤੇ ਘੱਟ ਤੋਂ ਘੱਟ 3 ਮਿਲੀਅਨ ਤੋਂ ਪਲੱਸ ਬੰਦੇ ਤਾਂ ਇਹਨੂੰ ਸਾਈਨ ਕਰਨਗੇ। ਲੋਕ ਕੀ ਕਰਨ, ਲੋਕਾਂ ਨੂੰ ਸਮਝ ਨਹੀਂ ਲੱਗਦੀ ਵੀ ਹੁਣ ਅਸੀਂ ਕਰੀਏ ਕੀ। ਸੋਚਿਆ 3000 ਸੀ ਦੇਣਾ, 6000 ਪੈਣਾ, ਉਹਦੇ ਵਿੱਚ ਵੀ ਪ੍ਰਿੰਸੀਪਲ ਨਹੀਂ ਜਾਣਾ, ਸਿਰਫ ਵਿਆਜ ਹੀ ਜਾਣਾ। ਇਨਫਲੇਸ਼ਨ ਲੜਦੇ ਆਪਾਂ ਸਾਰਾ ਕੁਝ ਆਪਣਾ ਘਰ ਉਜਾੜ ਕੇ ਨਾ ਬਹਿ ਜਾਈਏ, ਸਾਰੇ ਕੈਨੇਡੀਅਨਸ ਆਪਣਾ ਘਰ ਨਾ ਉਜਾੜ ਕੇ ਬਹਿ ਜਾਣ। ਸੈਸ਼ਨ ਨੂੰ ਹੋਰ ਤੇਜ਼ੀ ਵੱਲ ਨੂੰ ਵਧਾ ਰਿਹਾ, ਲੋਕ ਹੋਰ ਜਲਦੀ ਵਿਹਲੇ ਹੋ ਕੇ ਬਹਿਣਗੇ ਕੰਮਾਂ ਕਾਰਾਂ ਤੋਂ, ਘਰਾਂ ਤੋਂ, ਤੇ ਇਹ ਠੀਕ ਹੈ ਮੰਨਣਾ ਇਸ ਚੀਜ਼ ਨੂੰ? ਸਤਿ ਸ਼੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ। ਮੈਂ ਜੋਗਰਾਜ ਸਿੰਘ ਕਾਲੋਂ ਅੱਜ ਤੁਹਾਡੇ ਵਾਸਤੇ ਇੱਕ ਬੜੀ ਖਾਸ ਗੱਲਬਾਤ ਲੈ ਕੇ ਆਏ ਹਾਂ। ਅੱਜ ਕੈਨੇਡਾ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਵਾਧਾ ਹੋਇਆ, ਮੌਰਗੇਜ ਦੀਆਂ ਇੰਟਰਸਟ ਰੇਟਸ ਵਧੀਆਂ ਨੇ। ਹੁਣ ਉਹਦਾ ਆਮ ਲੋਕਾਂ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਏਗਾ? ਬਹੁਤ ਸਾਰੇ ਲੋਕਾਂ ਨੇ ਕੈਲਕੂਲੇਟ ਕਰ ਲਿਆ, ਕਈਆਂ ਨੂੰ ਜੇ ਅੰਦਾਜ਼ਾ ਨਹੀਂ ਹੋਣਾ ਕਿ ਬਈ ਆਖਿਰਕਾਰ ਪ੍ਰਭਾਵ ਪਏਗਾ ਕਿੰਨਾ, ਕਿਉਂਕਿ ਕੁਝ ਬੈਂਕਾਂ ਨੇ ਹਾਲੇ ਤੱਕ ਜਿਹੜੀਆਂ ਨੇ ਮੌਰਗੇਜਸ ਨਹੀਂ ਵਧਾਈਆਂ। ਤੁਹਾਡੇ ਪ੍ਰਤੀ ਮਹੀਨੇ ਕਿੰਨੇ ਪੈਸੇ ਖਾਤੇ 'ਚ ਚੱਕਣੇ, ਉਹ ਬੈਂਕਸ ਨੂੰ ਸਟ੍ਰੈਚ ਕਰ ਰਹੇ ਸੀਗੇ। ਪਰ ਹੁਣ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸ਼ਾਇਦ ਹੋਰ ਵੀ ਬਹੁਤ ਜ਼ਿਆਦਾ ਵਧੇ। ਉਹਦਾ ਹੁਣ ਅਸਰ ਕਿਸ ਢੰਗ ਤਰੀਕੇ ਨਾਲ ਪਏਗਾ ਲੋਕਾਂ ਦੇ ਉੱਤੇ? ਕਿੰਨੇ ਕੁ ਲੋਕ ਰੈਡੀ ਨੇ, ਕਿੰਨੇ ਕੁ ਲੋਕ ਅਵੇਅਰ ਨੇ ਇਸ ਚੀਜ਼ ਬਾਬਤ, ਤੇ ਇਹਦਾ ਕੀ ਹੱਲ ਕੀਤਾ ਜਾ ਸਕਦਾ? ਆਖਿਰਕਾਰ ਲੋਕ ਕਰ ਕੀ ਸਕਦੇ ਨੇ? ਉਹ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ। ਸਾਡੇ ਨਾਲ ਐਡਵੋਕੇਟ ਹੁਨਵੀਰ ਰੰਧਾਵਾ ਨੇ। ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਮਿਸਟਰ ਕਾਲੋਂ, ਥੈਂਕ ਯੂ ਫॉर ਹੈਵਿੰਗ ਮੀ। ਰੰਧਾਵਾ ਸਾਹਿਬ, ਅੱਜ 0.5% ਇੰਟਰਸਟ ਰੇਟ ਵਧਿਆ। ਕਿਸੇ ਨੂੰ ਲੱਗਦਾ ਹੈ ਕਿ ਬਈ ਇਹ ਕਿਉਂ ਵਧਿਆ, ਕੋਈ ਕਹਿ ਰਿਹਾ ਕਿ ਜ਼ਿਆਦਾ ਵਧਣਾ ਸੀਗਾ, ਚਲੋ ਥੋੜ੍ਹਾ ਘੱਟ ਵਧਿਆ, ਉਹਦੇ ਆਪੋ ਆਪਣੇ ਤਰੀਕੇ ਨਾਲ ਕਾਰਨ ਦੱਸੇ ਜਾ ਰਹੇ ਨੇ। ਤੁਸੀਂ ਵੀ ਪਿਛਲੇ ਸਮੇਂ ਦੇ ਵਿੱਚ ਪ੍ਰੋਟੈਸਟ ਕੀਤਾ ਸੀਗਾ। ਤੁਸੀਂ ਆਪਣੇ ਪ੍ਰੋਟੈਸਟ ਦੇ ਵਿੱਚ ਹੋਮ ਓਨਰਸ ਦੇ ਬਾਬਤ ਜਿਹੜੀਆਂ ਉਹਨਾਂ ਦੀਆਂ ਹੱਕ ਨੇ, ਜਿਹੜੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਨੇ, ਉਹ ਸਾਹਮਣੇ ਰੱਖੀਆਂ, ਮੀਡੀਆ ਨੇ ਕਵਰ ਕੀਤਾ, ਉਹ ਇੱਕ ਚਰਚਾ ਦਾ ਵਿਸ਼ਾ ਬਣੀ ਚੀਜ਼। ਹੁਣ ਇਸ ਹਾਈਕ ਤੋਂ ਬਾਅਦ ਤੁਹਾਨੂੰ ਕੀ ਲੱਗਦਾ, ਹੁਣ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਬਈ ਅਜੇ ਹੋਰ ਪ੍ਰੋਟੈਸਟ ਦੀ ਲੋੜ ਆ, ਅਜੇ ਹੋਰ ਸਰਕਾਰ ਦੇ ਕਿੰਨੀ ਗੱਲ ਪਹੁੰਚਾਉਣ ਦੀ ਲੋੜ ਆ, ਕਿ ਜਾਂ ਕਿਵੇਂ ਦੇਖਦੇ ਹੋ? ਐਬਸੋਲੂਟਲੀ। ਸੋ ਮਿਸਟਰ ਕਾਲੋਂ, ਪਹਿਲੀ ਗੱਲ ਤਾਂ ਥੈਂਕ ਯੂ ਸੋ ਮਚ, ਕਿਉਂਕਿ ਤੁਹਾਡਾ ਟੈਲੀਵਿਜ਼ਨ ਹੋ ਗਿਆ, ਕੁਝ ਹੋਰ ਟੈਲੀਵਿਜ਼ਨ ਨੇ ਕਾਫੀ ਇਸ ਚੀਜ਼ ਨੂੰ ਜਾਗਰੂਕਤਾ ਦਿੱਤੀ, ਲੋਕਾਂ ਤੱਕ ਆਪਾਂ ਇਹ ਲੈ ਕੇ ਆਏ ਗੱਲ ਨੂੰ। ਲੋਕਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਹੱਕ ਕੀ ਨੇ। ਹੋਮ ਓਨਰਸ ਇਕੱਠੇ ਹੋਏ। ਹੁਣ ਜਿਸ ਬੰਦੇ ਨੇ ਘਰ ਲਿਆ, ਉਹਨੇ ਮੌਰਗੇਜ ਲਈ, ਆਪਣੇ ਪਰਿਵਾਰ ਨੂੰ ਘਰ ਦਿੱਤਾ, ਉਹਨੇ ਕੋਈ ਗਲਤ ਨਹੀਂ ਕੀਤਾ। ਹੁਣ ਜੇ ਤੁਸੀਂ ਇਨਫਲੇਸ਼ਨ, ਮਹਿੰਗਾਈ ਬਾਹਰ ਲੜਨੀ ਹੈ, ਸਾਰਿਆਂ ਨੇ ਲੜਨੀ ਹੈ, ਉਹ ਬੰਦੇ ਨੇ ਵੀ ਲੜਨੀ ਸੀ ਨਾਲ। ਸੋ ਉਸ ਬੰਦੇ ਨੇ ਨਾਲ ਉਹਦੀ ਮੌਰਗੇਜ ਵੱਧ ਗਈ, ਨਾਲ ਉਹ ਇਨਫਲੇਸ਼ਨ ਲੜੀ ਜਾਂਦਾ ਹੈ। ਉੱਤੋਂ ਹੋਰ ਇਹਨਾਂ ਨੇ ਹੁਣ ਜਿਵੇਂ 0.5 ਕੀਤਾ, ਰਾਈਟ, ਅੱਜ ਦੀ ਨਿਊਜ਼ ਹੈ, ਉਹ ਵਿਚਾਰਾ ਹੋਰ ਵੀ ਬਰਡਨਡ ਹੋ ਰਿਹਾ, ਠੀਕ ਹੈ। ਬਟ ਗੁੱਡ ਇਹ ਹੈ ਕਿ ਜਦੋਂ ਆਪਾਂ ਇਹ ਚੀਜ਼ ਨੂੰ ਬਾਹਰ ਲੈ ਕੇ ਆਉਂਦੇ ਹਾਂ, ਲੋਕਾਂ ਤੱਕ ਲੈ ਕੇ ਆਉਂਦੇ ਹਾਂ, ਲੋਕਾਂ ਨੂੰ ਪਤਾ ਲੱਗਦਾ ਹੈ, ਉਹ ਆਵਾਜ਼ ਉਠਾਉਂਦੇ ਨੇ ਮਿਲ ਕੇ। ਪਹਿਲਾਂ ਪ੍ਰੋਟੈਸਟ ਕੀਤਾ, ਫਿਰ 31,000 ਪਟੀਸ਼ਨ ਸਾਈਨ ਹੋ ਗਈਆਂ ਇਲੈਕਟ੍ਰੋਨਿਕ, ਪਲੱਸ 1000 ਤੋਂ ਉੱਪਰ ਪੇਪਰ ਪਟੀਸ਼ਨਸ ਨੇ। change.org ਦੇ ਅੰਦਰ ਹੋਮ ਓਨਰ ਆਊਟਕ੍ਰਾਈ, ਹੋਮ ਓਨਰ ਆਊਟਕ੍ਰਾਈ ਜੇ ਤੁਸੀਂ ਪਾਓਗੇ change.org ਤੇ, ਤੁਸੀਂ ਪਟੀਸ਼ਨ ਖੁੱਲ ਜੇਗੀ, ਠੀਕ ਹੈ। ਉੱਥੇ ਜਾ ਕੇ ਲੋਕ ਸਾਈਨ ਕਰਦੇ ਨੇ। ਉੱਥੇ ਜੇ ਤੁਸੀਂ ਦੇਖੋਗੇ ਸਿਰਫ 3 ਲੱਖ ਬੰਦੇ ਨੇ ਪਟੀਸ਼ਨ ਦੇਖੀ ਹੈ ਤੇ 32,000 ਤੋਂ ਉੱਪਰ ਨੇ ਸਾਈਨ ਕੀਤੀ ਹੈ। ਦੈਟ ਮੀਨਸ ਕਿ 10% ਤੋਂ ਉੱਪਰ ਰਿਟਰਨ ਰੇਟ ਹੈ ਇਸ ਪਟੀਸ਼ਨ ਦਾ। ਹੁਣ ਜੇ ਕੈਨੇਡਾ 'ਚ 35 ਮਿਲੀਅਨ ਬੰਦਾ ਰਹਿੰਦਾ ਹੈ, ਦੈਟ ਮੀਨਸ ਜੇ 35 ਮਿਲੀਅਨ ਦੇ ਅੱਗੇ ਇਹ ਪਟੀਸ਼ਨ ਜਾਊਗੀ ਤੇ ਘੱਟ ਤੋਂ ਘੱਟ 3 ਮਿਲੀਅਨ ਤੋਂ ਪਲੱਸ ਬੰਦੇ ਤਾਂ ਇਹਨੂੰ ਸਾਈਨ ਕਰਨਗੇ, ਜਿਹੜੇ ਕਿ ਵਿਚਾਰੇ ਇੰਨੇ ਤਕਲੀਫ 'ਚ ਨੇ। ਹੁਣ ਆਪਾਂ ਇਹ ਸਾਰਾ ਕੁਝ ਵਿਦਆਊਟ ਡੋਨੇਸ਼ਨ, ਵਿਦਆਊਟ ਐਨੀਥਿੰਗ ਸੋ ਫਾਰ ਤੱਕ ਖਿੱਚਿਆ, ਠੀਕ ਹੈ। ਨਾਓ ਜਿਹੜਾ ਤੁਹਾਡਾ 0.5 ਅੱਜ ਦਾ ਕੁਐਸਚਨ ਹੈਗਾ ਕਿ 0.5 ਤੱਕ ਇਹ ਵਧਿਆ, ਰਾਈਟ। ਓਬਵੀਅਸਲੀ ਹੋਮ ਓਨਰਸ ਵਾਸਤੇ ਵਿਚਾਰੇ ਜਿਹੜੇ ਆਲਰੇਡੀ ਬ੍ਰਿੰਕ ਤੇ ਨੇ, ਜਿਹਨੂੰ ਆਪਾਂ ਕਹਿੰਦੇ ਆ ਕਿ ਹੁਣ ਟ੍ਰਿਗਰ ਪੁਆਇੰਟ ਆ ਗਿਆ, ਉਹ ਇਹ ਹੈ ਕਿ ਜੀ ਹੁਣ ਤੱਕ ਤਾਂ ਬੈਂਕ ਸੰਭਾਲੀ ਜਾਂਦਾ ਸੀ, ਹਾਂਜੀ, ਇੰਟਰਸਟ ਵਧੀ ਜਾਂਦਾ ਸੀ, ਤੁਹਾਡੀ ਪ੍ਰਿੰਸੀਪਲ, ਤੁਹਾਡੀ ਖੁਦ ਦੀ ਬੱਚਤ ਘਟੀ ਜਾਂਦੀ ਸੀ। ਕੁਝ ਕੁ ਬੈਂਕਾਂ ਨੇ ਨਾਲ ਵਧਾਇਆ ਵੀ ਸੀਗਾ, ਉਹਨਾਂ ਚੋਂ ਕੁਝ ਬੈਂਕਸ ਨੇ, ਉਹਨਾਂ ਨੇ ਨਾਲ ਦੀ ਨਾਲ, ਉਹਨਾਂ ਦਾ ਕੰਟਰੈਕਟ ਹੀ ਐਵੇਂ ਸੀ ਨਾਲ, ਬਟ ਵੈਰੀ ਫਿਊ, ਮੋਸਟਲੀ ਜਿਹੜੇ ਸੀ ਉਹ ਐਡਜਸਟ ਕਰੀ ਜਾਂਦੇ ਸੀ। ਹੁਣ ਕੁਝ ਇਹ ਹੋਊਗਾ ਕਿ ਜਦੋਂ ਟ੍ਰਿਗਰ ਪੁਆਇੰਟ ਹਿੱਟ ਹੋਊਗਾ, ਮੈਨੀ ਬੈਂਕਸ ਕਹਿਣਗੇ ਕਿ ਜੀ ਹੁਣ ਤੁਹਾਨੂੰ ਵਾਪਸ ਅਸੀਂ ਐਮੋਰਟਾਈਜੇਸ਼ਨ 'ਚ ਲੈ ਕੇ ਆਉਣਾ ਹੈ। ਮੀਨਸ ਤੁਸੀਂ ਇਹ 30-40 ਸਾਲਾਂ 'ਚ ਹੁਣ ਪੇ ਆਫ ਕਰਨਾ ਹੈ। ਜੇ 30 ਸਾਲ ਦੀ ਐਮੋਰਟਾਈਜੇਸ਼ਨ, ਚਲੋ 40 ਤੱਕ ਪੇ ਆਫ ਕਰ ਦਿਓ, ਤੇ ਇੱਕੋ ਪੋਰਸ਼ਨ ਆ ਗਿਆ ਪ੍ਰਿੰਸੀਪਲ ਦਾ, ਪਲੱਸ ਇੰਟਰਸਟ ਐਟ ਆਲਮੋਸਟ 5.95 ਮਾਈਨਸ ਜਿੰਨਾ ਵੀ ਉਹਨਾਂ ਦਾ ਪ੍ਰਾਈਮ ਤੋਂ ਹੋਊਗਾ। ਸੋ ਕਿਸ਼ਤਾਂ ਕਿਸ ਤਰ੍ਹਾਂ ਚੇਂਜ ਹੋ ਸਕਦੀਆਂ ਨੇ? ਦੇ ਕੈਨ ਬੀ ਐਜ਼ ਡਰਾਸਟਿਕ ਐਜ਼, ਐਡੀਆਂ ਜ਼ਿਆਦਾ ਵੀ ਹੋ ਸਕਦੀਆਂ ਨੇ ਕਿ ਜਿਹੜਾ ਬੰਦਾ ਪਹਿਲਾਂ
3.5 ਦਿੰਦਾ ਸੀ, ਹੁਣ ਟ੍ਰਿਗਰ ਪੁਆਇੰਟ ਤੋਂ ਬਾਅਦ 5000 ਪਲੱਸ ਦਊਗਾ, ਵਿਚ ਇਜ਼ ਅ ਲੋਟ। ਠੀਕ ਹੈ, ਸੋ ਬਟ ਆਪਣੀ ਸਕਸੈਸ ਕਿੱਥੇ ਹੈ? ਸਕਸੈਸ ਇਹ ਹੈ ਬਿਕੋਜ਼ ਲੋਕ ਜਦੋਂ ਇਕੱਠੇ ਹੋਏ, ਉਹਨਾਂ ਨੇ ਆਵਾਜ਼ ਉਠਾਈ, ਉਹ ਆਵਾਜ਼ ਗਵਰਨਮੈਂਟ ਦੇ ਕੰਨਾਂ ਤੱਕ ਪਹੁੰਚੀ, ਬੈਂਕ ਆਫ ਕੈਨੇਡਾ ਤੇ ਪ੍ਰੈਸ਼ਰ ਪਿਆ, ਬਹੁਤ ਆਰਟੀਕਲਸ ਛਪੇ ਇਸ ਦੇ ਉੱਤੇ ਰੀਸੈਂਟਲੀ ਲਾਸਟ 2 ਵੀਕਾਂ ਦੇ ਅੰਦਰ ਅੰਦਰ ਹੀ। ਐਂਡ ਸਾਡਾ ਇਹ ਫੀਲਿੰਗ ਹੈ ਕਿ ਜੋ ਅਸੀਂ ਸਾਰਾ ਕੁਝ ਕੀਤਾ ਉਹਦੇ ਨਾਲ ਸ਼ਾਇਦ ਇਹ 0.25% ਗਵਰਨਮੈਂਟ 0.75 ਤੱਕ ਨਹੀਂ ਗਈ, ਜਿਹੜਾ ਕਿ ਬੇਸਿਕਲੀ 90% ਸਟੈਟਿਸਟਿਕਸ ਸੀਗੇ ਕਿ 0.75 ਤੱਕ ਇਹ ਜਾਣਗੇ। ਅੱਛਾ, ਸੋ ਇਨਸਟੈਡ ਓਨਲੀ 0.5 ਅੱਛਾ ਰੰਧਾਵਾ ਸਾਹਿਬ, ਹੁਣ ਇਹ ਵੱਧ ਗਿਆ ਹਨਾ, ਹੁਣ ਗਾਂ ਅਜੇ ਹੋਰ ਆਸ ਆ ਵੀ ਦਸੰਬਰ 'ਚ ਹੋਰ ਵਧੇਗਾ ਜੇ। ਉਹ ਲੋਕ ਕੀ ਕਰਨ? ਲੋਕਾਂ ਨੂੰ ਸਮਝ ਨਹੀਂ ਲੱਗਦੀ ਵੀ ਹੁਣ ਅਸੀਂ ਕਰੀਏ ਕੀ? ਇੱਕ ਟੈਨਸ਼ਨ ਲੈਣ ਤੋਂ ਇਲਾਵਾ, ਪੈਸੇ ਇਕੱਠੇ ਕਰਨ ਤੋਂ ਇਲਾਵਾ, ਜਿਹੜੇ ਮੌਰਗੇਜਾਂ ਦੇ ਦੇਣੇ ਆ, ਸੋਚਿਆ 3000 ਸੀ ਦੇਣਾ, 6000 ਪੈਣਾ, ਉਹਦੇ ਵਿੱਚ ਵੀ ਪ੍ਰਿੰਸੀਪਲ ਨਹੀਂ ਜਾਣਾ, ਸਿਰਫ ਵਿਆਜ ਹੀ ਜਾਣਾ। ਸੋ ਉਹ ਲੋਕ ਕੀ ਕਰਨ? ਉਹਨਾਂ ਵਾਸਤੇ ਕੀ ਸਲਾਹ? ਦੇਖੋ, ਟਾਈਮ ਤਾਂ ਟਫ ਹੈ। ਹੁਣ ਜਿਹੜੀ ਚੇਂਜ ਹੈ ਉਹ ਵਾਪਸ ਇੰਟਰਸਟ ਰੇਟ ਲਿਆਂਦੇ ਆਪਣੀ ਆਵਾਜ਼ ਉਠਾਵਾਂਗੇ, ਪ੍ਰੈਸ਼ਰ ਬਣੇਗਾ ਗਵਰਨਮੈਂਟ ਤੇ, ਉਹਨਾਂ ਨੂੰ ਵੀ ਸੁਣਨਾ ਪਊਗਾ ਹੋਮ ਓਨਰਸ ਵਾਸਤੇ, ਤੇ ਘੱਟ ਤੋਂ ਘੱਟ ਜਿਹੜੇ ਪ੍ਰਿੰਸੀਪਲ ਆਪਣੇ ਇੱਕ ਘਰ 'ਚ ਰਹਿ ਰਹੇ ਨੇ ਉਹਨਾਂ ਵਾਸਤੇ ਕੋਈ ਰਿਲੀਫ ਲੈ ਕੇ ਆਉਂਦੇ ਟਾਈਮ ਤੋਂ ਥੋੜਾ ਜਿਹਾ ਲੱਗੂਗਾ। ਸੋ ਉਸ ਦੇ ਨਾਲ ਦੇਖੋ ਲੋਕ ਕੀ ਕਰ ਸਕਦੇ ਨੇ। ਲੋਕ ਆਪਣੇ ਜਿਹੜੇ ਹੁਣ ਰਾਈਟ ਨਾਓ ਇਲੈਕਟਿਡ ਐਮਪੀਜ਼ ਨੇ, ਉਹਨਾਂ ਕੋਲ ਆਪਣੀ ਆਵਾਜ਼ ਲੈ ਕੇ ਜਾਣ, ਉਹਨਾਂ ਦੇ ਬਕਾਇਦਾ ਆਫਿਸਿਸ ਤੱਕ ਜਾਣ, ਜਾ ਕੇ ਉਹਨਾਂ ਨੂੰ ਕਹਿਣ ਜੀ ਆਨਸਰ ਦਿਓ ਕਿ ਇਹ ਕਿਸ਼ਤ ਕਿਵੇਂ ਦਿੱਤੀ ਜਾਊਗੀ। ਠੀਕ ਹੈ, ਪਹਿਲਾਂ ਤਾਂ ਦੇਖੋ ਇਨਫਲੇਸ਼ਨ ਨੂੰ ਲੜਨ ਵਾਸਤੇ ਤੁਸੀਂ ਇੱਕ ਦੂਜਾ ਕੰਮ ਕਰਤਾ, ਇੰਟਰਸਟ ਰੇਟਸ ਇੰਨੀ ਜਲਦੀ 6th ਹਾਈਕ ਹੈ, 6ਵੀਂ ਹੈ ਵਿਦ ਇਨ ਅ ਮੈਟਰ ਆਫ ਫਿਊ ਮੰਥਸ। ਉਹ ਕਿਸ ਤਰ੍ਹਾਂ ਜਾ ਕੇ ਉਹਨਾਂ ਨੂੰ ਦੱਸੋ ਜੀ, ਤੁਸੀਂ ਦੱਸ ਦਿਓ ਕਿ ਮੈਂ ਇਹ ਪੇਮੈਂਟ ਹੁਣ ਕਿਵੇਂ ਕਰਾਂ। ਠੀਕ ਹੈ, ਆਪੇ ਆਪ ਉਹਨਾਂ ਨੂੰ ਹਿਲਣਾ ਪਊ, ਆਪੇ ਆਪ ਇੱਕ ਪ੍ਰੋਬਲਮ ਸੋਲਵ ਕਰਨ ਦੇ ਚੱਕਰ 'ਚ ਕਿ ਇਨਫਲੇਸ਼ਨ ਦੀ ਪ੍ਰੋਬਲਮ ਸੋਲਵ ਕਰ ਰਹੇ ਹਾਂ, ਉਹਦੇ ਪਿੱਛੇ ਅਸੀਂ ਐਡੇ ਵੱਡੀ ਪ੍ਰੋਬਲਮ ਕ੍ਰੀਏਟ ਕਰ ਰਹੇ ਹਾਂ ਕਿ ਲੋਕਾਂ ਤੋਂ ਉਹਨਾਂ ਦੇ ਘਰ ਖੋ ਰਹੇ ਹਾਂ। ਹੁਣ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਣੀ ਸਾਰੀ ਦੀ ਸਾਰੀ ਸੇਵਿੰਗ ਪਾ ਕੇ ਘਰ ਲਿਆ ਕੈਨੇਡਾ 'ਚ, ਗਲਤ ਕੀ ਕੀਤਾ? ਕੁਝ ਵੀ ਨਹੀਂ। ਉਸ ਤੋਂ ਬਾਅਦ ਤੁਸੀਂ ਸਿਸਟਮ ਹੀ ਉਹਨਾਂ ਨੂੰ ਨਹੀਂ ਦੇ ਪਾ ਰਹੇ ਰਾਈਟ ਨਾਓ ਕਿ ਜਿੱਥੇ ਉਹ ਵਿਚਾਰੇ ਸੇਫ ਫੀਲ ਕਰ ਸਕਣ। ਅਗਲੇ ਕੰਮ ਕਰ ਰਹੇ ਨੇ, ਸਟ੍ਰੈਸ ਟੈਸਟ ਤੱਕ ਅਗਲਿਆਂ ਨੇ ਸਾਰਿਆਂ ਨੇ ਆਪਣਾ ਇਹ ਸਟ੍ਰੈਸ ਲਿਆ ਹੈ, ਐਂਡ ਦੇ ਹੈਵ ਡਨ ਦਿਸ ਐਂਡ ਦੇ ਹੈਵ ਡਨ ਵੈਰੀ ਵੈਲ ਸੋ ਫਾਰ। ਪਰ ਉਹ ਜਿਹੜਾ ਸਟ੍ਰੈਸ ਟੈਸਟ ਦੀ ਤੁਸੀਂ ਗੱਲ ਕਰਦੇ ਹੋ, ਉਹ ਵੀ ਦੇਖੋ ਲੋਕਾਂ ਨੇ ਮੰਨ ਲਓ 5.25 ਤੱਕ ਸੀਗਾ ਸਟ੍ਰੈਸ ਟੈਸਟ, ਹੁਣ ਤਾਂ ਹੁਣ 5.95 ਤੇ ਵੀ ਪਹੁੰਚ ਗਿਆ। ਅੱਜ ਦਾ ਸਟ੍ਰੈਸ ਟੈਸਟ ਜਿਹੜਾ ਹੈ ਉਹ 7 ਕੁਛ ਨੂੰ 7.5 ਨੂੰ ਪਹੁੰਚ ਰਿਹਾ ਆ। ਜੇ ਉਹ ਹੁਣ ਉਹ ਸਟ੍ਰੈਸ ਟੈਸਟ ਵੀ ਆਲਰੇਡੀ ਕ੍ਰਾਸ ਕਰ ਚੁੱਕੇ ਆ, ਤੇ ਉਹ ਮਤਲਬ ਅੱਛਾ ਤੁਸੀਂ ਹੁਣ ਤੁਹਾਡੇ ਕੋਲ ਇੱਥੇ ਲੋਕ ਆਉਂਦੇ ਹੋਣਗੇ, ਆਪਾਂ ਪਿੱਛੇ ਗੱਲ ਕਰਦੇ ਸੀ ਕਿ ਲੋਕੀ ਬੈਂਕਰਪਸੀ ਦੀਆਂ ਇਨਕੁਆਇਰੀਜ਼ ਬਹੁਤ ਵੱਧ ਗਈਆਂ ਨੇ, ਕੀ ਇਹਦੇ ਵਿੱਚ ਸੱਚਾਈ ਹੈ? ਐਬਸੋਲੂਟਲੀ, ਬੈਂਕਰਪਸੀ ਦੀ ਇਨਕੁਆਇਰੀਜ਼ ਵੱਧ ਗਈਆਂ ਨੇ ਕਿ ਜੀ ਮੈਂ ਹੁਣ ਦੇ ਨਹੀਂ ਸਕਦਾ ਤੇ ਫਿਰ ਕੀ ਹੋਊਗਾ, ਕਿੰਨੀ ਦੇਰ ਮੈਂ ਘਰ 'ਚ ਰਹਿ ਸਕਦਾ, ਜੇ ਮੈਂ ਕਿਸ਼ਤਾਂ ਦਊਂਗਾ ਹੀ ਨਹੀਂ ਤੇ ਕੀ ਕਰ ਲੈਣਗੇ ਹੁਣ। ਠੀਕ ਹੈ, ਸੋ ਐਵੇਂ ਦੀ ਇਨਕੁਆਇਰੀਜ਼ ਡੈਫੀਨੇਟਲੀ ਬਹੁਤ ਜ਼ਿਆਦਾ ਵੱਧ ਗਈਆਂ ਨੇ। ਠੀਕ ਹੈ, ਹੁਣ ਅੱਜ ਦੇ ਇਨਸੀਡੈਂਟ ਤੋਂ ਬਾਅਦ ਤਾਂ ਆਮ ਐਕਸਪੈਕਟਿੰਗ ਕਿ ਹੋਰ ਵੀ ਜ਼ਿਆਦਾ ਲੋਕ ਵਿਚਾਰੇ ਇਹੀ ਸੇਮ ਕੁਐਸਚਨਿੰਗ ਕਰਨਗੇ। ਅੱਛਾ, ਸੋ ਸਮਝੋ ਜਦੋਂ ਬੈਂਕਰਪਟ ਵੀ ਹੋ ਗਏ, ਮੇਰਾ ਪੁਆਇੰਟ ਤਾਂ ਇਹ ਹੈ ਲੋਕਾਂ ਸੇ, ਫਿਰ ਵੀ ਤਾਂ ਸੜਕਾਂ ਤੇ ਆ ਕੇ ਰੌਲਾ ਪਾਉਂਗੇ ਨਾ, ਫਿਰ ਵੀ ਤਾਂ ਕਹੋਗੇ ਜੀ ਕਿ ਸਾਡੇ ਨਾਲ ਧੱਕਾ ਹੋਇਆ। ਤੇ ਹੁਣ ਤਾਂ ਫਿਰ ਵੀ ਸ਼ਾਇਦ ਤੁਸੀਂ ਗੱਲ ਨੂੰ ਮੋੜ ਲਓ। ਆਹ ਤੁਹਾਡੇ ਵਾਸਤੇ ਐਗਜ਼ਾਮਪਲ ਹੈ ਕਿ 0.75 ਕਰਦੇ ਉਹ 0.5 ਤੱਕ ਰਹਿ ਗਏ ਸਿਰਫ। ਉਹ 0.25 ਬਹੁਤ ਵੱਡਾ ਡਿਫਰੈਂਸ ਹੈ। ਮਿਲੀਅਨ ਦੇ ਮਗਰ ਇੱਕ ਮਾਰਗੇਜ ਦੇ ਕਿਸੇ ਦੀ $2,500 ਸਾਲ ਦਾ ਡਿਫਰੈਂਸ ਹੈ। ਉਹ ਜਿਹੜੇ ਬੰਦੇ ਬਿਲਕੁਲ ਹੀ ਨੱਕੋ ਨੱਕ, ਜੇ ਕਿਸੇ ਦੀ 1 ਮਿਲੀਅਨ ਦੀ ਆ, ਜੇ 2 ਦਾ ਉਹਦਾ 5000 ਆ, ਉਹਦਾ 5 ਹੈ, ਤੇ ਜਿਹਦੀ ਹਾਫ ਹੈ ਉਹਦਾ ਵੀ ਅਰਾਊਂਡ 1250 ਪਲੱਸ ਹੈ। ਸੋ ਪਲੱਸ ਪ੍ਰਿੰਸੀਪਲ ਜੋੜ ਦੇਣਾ, ਹੋਰ ਵੀ ਫਰਕ ਪੈ ਗਿਆ। ਠੀਕ ਹੈ, ਅੱਛਾ ਇਹ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਲਿਆਂਦਾ ਸੀ। ਇਨਫਲੇਸ਼ਨ ਦਾ ਕੀ ਸਮਝਦੇ ਹੋ ਕਿ ਫਰਕ ਪਿਆ ਕੁਛ ਇਹਦੇ ਨਾਲ? ਦੇਖੋ ਇਨਫਲੇਸ਼ਨ ਤੇ ਫਰਕ ਪਿਆ ਹੈ, ਹਾਂ, ਬਟ ਹੁਣ ਆਪਾਂ ਇੱਕ ਘਰ ਦੇ ਅੰਦਰ ਚੂਹਾ ਮਾਰਨ ਨੂੰ ਘਰ ਦਾ ਬੰਬ ਨਾਲ ਨਹੀਂ ਉਡਾ ਦਾਂਗੇ ਨਾ। ਇਹ ਤਾਂ ਪਾਲਿਸੀ ਇਹ ਹੈ ਕਿ ਬਈ ਚੂਹਾ ਮਾਰਨਾ, ਇਨਫਲੇਸ਼ਨ ਘਰ 'ਚ ਆ ਗਿਆ, ਉਹਦੇ ਪਿੱਛੇ ਜਿਹੜਾ ਉਹ ਇੰਪਲੀਮੈਂਟ ਕਰੀ ਜਾਂਦੇ ਰੇਟ ਹਾਈਕਸ ਇੰਨੀ ਫਾਸਟ, ਤੇ ਉਹ ਤਾਂ ਮਤਲਬ ਘਰ ਹੀ ਖਤਮ ਹੋ ਗਿਆ ਤੇ ਚੂਹਾ ਤਾਂ ਆਪਿਆ ਵੀ ਮਰ ਜਾਣਾ। ਠੀਕ ਹੈ, ਬਟ ਲੇਕਿਨ ਪੁਆਇੰਟ ਇਜ਼ ਦਿਸ, 6.9 ਤੇ ਇਹਨਾਂ ਦੇ ਹੁਣੇ ਸਟੈਟਿਸਟਿਕਸ ਆਏ, ਇਨਫਲੇਸ਼ਨ ਕੰਟਰੋਲ ਹੋ ਰਹੀ ਹੈ। ਇੱਕ ਟ੍ਰੇਨ ਹੈ, ਉਹ ਬਹੁਤ ਫਾਸਟ ਚੱਲ ਰਹੀ ਸੀ। ਠੀਕ ਹੈ, ਹੁਣ ਤੁਸੀਂ ਸਮਝ ਗਏ ਯਾਰ ਅਸੀਂ ਉਹ ਟ੍ਰੇਨ ਨੂੰ ਫਾਸਟ ਤੇ ਲਿਆਏ, ਇੰਨਾ ਫਾਸਟ ਤੇ ਨਹੀਂ ਆਉਣਾ ਚਾਹੀਦਾ ਸੀਗਾ। ਹੁਣ ਉਹਨੂੰ ਸਲੋ ਡਾਊਨ ਹੋਣ 'ਚ ਟਾਈਮ ਲੱਗਣਾ, ਇੱਕ ਡਾਇਰੈਕਸ਼ਨ ਇਸ ਪਾਸੇ ਜਾ ਰਹੀ ਹੈ, ਤੇ ਫਿਰ ਤੁਸੀਂ ਹੋਰ ਕਿਉਂ ਇੰਟਰਸਟ ਰੇਟ ਵਧਾਈ ਜਾਂਦੇ ਹੋ? ਗਿਵ ਇਟ ਸਮ ਟਾਈਮ, ਇਨਫਲੇਸ਼ਨ ਵਿਲ ਬੀ ਕੰਟਰੋਲਡ। ਬਟ ਉਹਦੇ ਨਾਲ ਆਪਾਂ ਇੱਕ ਹੋਰ ਵੱਡੀ ਪ੍ਰੋਬਲਮ ਬੇਰੁਜ਼ਗਾਰੀ ਵਾਲੀ, ਪਲੱਸ ਲੋਕਾਂ ਦੇ ਘਰ 'ਚ ਲਿਜਾਣ, ਰਿਸੈਸ਼ਨ ਲਿਆ ਕੇ ਬਹਿ ਜਾਈਏ, ਉਹ ਤਾਂ ਫਿਰ ਇਟ ਮੇਕਸ ਨੋ ਸੈਂਸ। ਅੱਛਾ, ਕੁਝ ਲੋਕਾਂ ਦਾ ਇਹ ਵੀ ਮੰਨਣਾ ਕਿ ਇਹ ਰਿਸੈਸ਼ਨ ਨੂੰ ਹੋਰ ਤੇਜ਼ੀ ਵੱਲ ਨੂੰ ਵਧਾ ਰਿਹਾ, ਲੋਕ ਹੋਰ ਜਲਦੀ ਵਿਹਲੇ ਹੋ ਕੇ ਬਹਿਣਗੇ ਕੰਮਾਂ ਕਾਰਾਂ ਤੋਂ, ਘਰਾਂ ਤੋਂ, ਤੇ ਇਹ ਠੀਕ ਹੈ ਮੰਨਣਾ ਇਸ ਚੀਜ਼ ਨੂੰ? ਦੇਖੋ ਮੇਰੇ ਕੋਲ ਇਨਕੁਆਇਰੀਜ਼ ਆ ਰਹੀਆਂ, ਲੋਕੀ ਟ੍ਰੇਡਮੈਨ ਦੇ ਪੈਸੇ ਨਹੀਂ ਦੇ ਰਹੇ, ਸੋ ਲੋਕ ਆਉਂਦੇ ਨੇ ਬਿਲਡਰ ਲੀਨ ਪਾਉਣ ਵਾਸਤੇ। ਹੁਣ ਉਹ ਜਿਹੜਾ ਵਿਚਾਰਾ ਬਿਲਡਰ ਲੀਨ ਪਾਉਣ ਆਇਆ, ਮੀਨਸ ਉਹਨੇ ਉੱਥੇ ਦਿਹਾੜੀ ਲਾਈ, ਉੱਥੇ ਕੰਮ ਕੀਤਾ। ਹੋਮ ਓਨਰ ਜਿਹੜਾ ਵਿਚਾਰਾ ਉੱਥੇ ਘਰ ਜਿਹਨੇ ਡਿਵੈਲਪਮੈਂਟ ਸਟਾਰਟ ਕੀਤੀ, ਘਰ ਬਣਾਉਣਾ ਸੀ, ਉਹਦੀ ਪ੍ਰੋਬਲਮਸ ਆ ਗਈਆਂ ਫਾਈਨੈਂਸ਼ੀਅਲ, ਤੁਸੀਂ ਇੰਨੀ ਜ਼ਬਰਦਸਤ ਕ੍ਰੀਏਟ ਕਰਤੀਆਂ, ਉਹ ਉਹਦੀ ਪੇਮੈਂਟ ਨਹੀਂ ਦੇ ਰਿਹਾ।
ਹੁਣ ਇਹ ਬੰਦਾ ਤਾਂ ਇਹਨਾਂ ਦੇ ਸਟੈਟਿਸਟਿਕਸ 'ਚ ਆਂਦਾ ਹੀ ਨਹੀਂ ਬਿਕੋਜ਼ ਉਹ ਬੰਦਾ EI ਤੇ ਨਹੀਂ ਡਿੱਗਿਆ, ਹੀ ਸੈਲਫ ਇੰਪਲੋਇਡ, ਸੋ ਉਹ ਤਾਂ ਅਨਇੰਪਲੋਇਮੈਂਟ ਦੇ ਸਟੈਟਿਸਟਿਕਸ 'ਚ ਵੀ ਨਹੀਂ ਆ ਰਿਹਾ। ਉਹ ਬੰਦੇ ਇਹ ਜੇ ਤਾਂ ਕਿੰਨੇ ਹੀ ਨੇ ਜਿਹੜੇ ਕਿ ਹਾਊਸਿੰਗ ਇੰਡਸਟਰੀ ਨਾਲ ਰਾਈਟ ਨਾਓ ਜੁੜੇ ਹੋਏ ਨੇ, ਤੇ ਉਹ ਕਿੱਥੋਂ ਆਪਣੇ ਖਰਚੇ ਚੱਕਣਗੇ? ਸੋ ਦੈਟ ਇਜ਼ ਆਲਸੋ ਅ ਬਿਗ ਪ੍ਰੋਬਲਮ ਐਟ ਹੈਂਡ। ਅੱਛਾ, ਕੁਝ ਬੰਦੇ ਲਿਆ ਕੇ ਗੱਲ ਮੁਕਾ ਦਿੰਦੇ ਵੀ ਜਿਨ੍ਹਾਂ ਨੇ 2-2 3-3 ਚੁੱਕੇ ਹੁਣ ਆਪੇ ਭੁਗਤਣਗੇ, ਕਮਾਇਆ ਵੀ ਤੇ ਇੱਥੋਂ ਹੀ ਆਪੇ ਹੁਣ ਗਵਾਉਣਗੇ। ਹੁਣ ਉਸ ਚੀਜ਼ ਦਾ ਕੀ ਜਵਾਬ ਜਾਂ ਕੀ ਹੱਲ ਹੋ ਸਕਦਾ? ਦੇਖੋ, ਆਪ ਬਹੁਤ ਹੀ ਗੁੱਡ ਚੀਜ਼ ਤੁਸੀਂ ਕਹੀ, ਠੀਕ ਹੈ। ਕਈ ਲੋਕ ਐਬਸੋਲੂਟਲੀ ਅਪਸੈਟ ਨੇ ਕਿ ਜੀ ਅਸੀਂ ਉਦੋਂ ਹਾਊਸਿੰਗ ਮਾਰਕੀਟ 'ਚ ਜੰਪ ਨਹੀਂ ਕਰ ਸਕੇ, ਕਈ ਲੋਕ ਜੰਪ ਕਰ ਗਏ, ਉਹਨਾਂ ਦੇ ਘਰ ਮਹਿੰਗੇ ਹੋ ਗਏ, ਹੁਣ ਅਸੀਂ ਅੱਗੇ ਘਰ ਕਿਵੇਂ ਲਵਾਂਗੇ, ਠੀਕ ਹੈ। ਸੋ ਇਸ ਕਰਕੇ ਉਹ ਲੋਕ ਇਸ ਚੀਜ਼ ਤੇ ਆਉਂਦੇ ਨੇ ਜੀ ਇਹਨਾਂ ਨੇ 2-3 ਲਏ, ਇਹਨਾਂ ਨੇ ਇਨਵੈਸਟਮੈਂਟ ਕੀਤੀ, ਇਹ ਆਪੇ ਭੁਗਤਣ ਹੁਣ, ਠੀਕ ਹੈ। ਫਾਈਨ, ਆਪਾਂ ਘੱਟ ਤੋਂ ਘੱਟ ਐਜ਼ ਅ ਕਮਿਊਨਿਟੀ ਇਹ ਤਾਂ ਦੇਖ ਸਕਦੇ ਹਾਂ ਕਿ ਚਲੋ ਇਨਵੈਸਟਰਸ ਨੂੰ ਪਾਸੇ ਰੱਖਦੇ ਹੋਏ ਦੂਜੇ ਤੀਜੇ ਘਰ, ਜਦੋਂ ਕਿ ਵੈਸੇ ਵੀ ਉਹਦੇ ਮਗਰ ਮੇਰੀ ਪੂਰੀ ਇੱਕ ਡਿਸਕਸ਼ਨ ਆਰਗੂਮੈਂਟਸ ਨੇ, ਬਟ ਉਹਦੇ 'ਚ ਆਪਾਂ ਪੈ ਜਾਣਗੇ ਤੇ ਕਈ ਲੋਕ ਕਨਫਿਊਜ਼ ਹੋ ਜਾਣਗੇ। ਘੱਟ ਤੋਂ ਘੱਟ ਜਿਹੜਾ ਪ੍ਰਿੰਸੀਪਲ ਹੋਮ ਓਨਰ ਹੈ ਉਹਦੇ ਵਾਸਤੇ ਤਾਂ ਰਿਲੀਫ ਵਾਸਤੇ ਇਕੱਠੇ ਹੋ ਜਾਓ ਸਾਰੇ। ਉਹ ਬੰਦਾ ਤਾਂ ਵਿਚਾਰਾ ਇੱਕ ਘਰ ਲੈ ਕੇ ਬੈਠਾ ਹੈ, ਜਦ ਕੋਈ ਸਾਰਾ ਕੁਝ, ਜਿਹੜਾ ਉਹਦਾ ਮੇਨ ਘਰ ਹੈ ਉਹ ਤਾਂ ਵਿਚਾਰਾ ਜਿੱਥੇ ਉਹਨੇ ਰਹਿਣਾ ਰੋਟੀ ਖਾਣੀ ਹੈ ਉਹ ਤਾਂ ਉਹਦਾ ਬਚਣਾ ਚਾਹੀਦਾ। ਹੀ ਇਜ਼ ਅ ਕੈਨੇਡੀਅਨ, ਉਹਨੇ ਟੈਕਸ ਦਿੱਤਾ ਹੈ। ਉਹਨੇ ਟੈਕਸ ਕਿਉਂ ਦਿੱਤਾ ਜੀ? ਗਵਰਨਮੈਂਟ ਵਾਸਤੇ ਦਿੱਤਾ ਜਿਹੜੀ ਸਟੇਬਿਲਿਟੀ ਰੱਖੂਗੀ, ਜਿਹਦੇ 'ਚ ਉਹਨੂੰ ਵੀ ਸੇਫਟੀ ਮਿਲੂਗੀ। ਉਹਦੀ ਸੇਫਟੀ ਕੀ ਹੈ? ਇਨਫਲੇਸ਼ਨ ਲੜਨੀ ਹੈ ਜੀ, ਆਹ ਬੰਦਾ ਆਪਣਾ ਗੁਜ਼ਾਰਾ ਕਰ ਸਕੇ। ਤੇ ਫਿਰ ਇਸ ਨੂੰ ਤਾਂ ਕੋਈ ਦੇਖਦਾ ਹੀ ਨਹੀਂ ਹੋਮ ਓਨਰ ਨੂੰ, ਇਹ ਕਿੱਥੋਂ ਗੁਜ਼ਾਰਾ ਕਰੇਗਾ? ਇੱਕ ਤਾਂ ਇਨਫਲੇਸ਼ਨ ਨਾਲ ਲੜ ਰਿਹਾ, ਮਹਿੰਗਾਈ ਨਾਲ ਲੜ ਰਿਹਾ, ਰਿਪੇਅਰਸ ਨਾਲ ਲੜ ਰਿਹਾ, ਐਂਡ ਇੰਟਰਸਟ 8 ਜਦੋਂ ਸਿੱਟਦੇ ਨੇ ਇੰਟਰਸਟ ਦਾ ਪ੍ਰੋਬਲਮ ਉਹਦੇ ਤੇ 8 ਟਾਈਮਸ ਵੱਧ ਕੇ ਡਿੱਗਦੀ ਹੈ ਦੈਨ ਅ ਪਰਸਨ ਜਿਹਨੇ ਕੋਈ ਮਾਰਗੇਜ ਨਹੀਂ ਲਈ। ਫਿਰ ਉਹ ਹਾਂ ਬਿਲਕੁਲ ਠੀਕ ਹੈ, ਫਿਰ ਉਹ ਜਿਹੜਾ ਰੈਂਟਲ ਘਰੇ ਰਹਿੰਦਾ ਉਹਦਾ ਰੈਂਟ ਵਧਾਊਗਾ। ਸੋ ਇਹ ਤੇ ਰੈਂਟਲਸ ਨੂੰ ਵੀ ਮੈਨੂੰ ਲੱਗਦਾ ਫਿਰ ਬਰਾਬਰ ਹੀ ਆ ਕੇ ਹੱਲਾ ਮਾਰਨਾ ਚਾਹੀਦਾ ਨਾਲ। ਫਿਰ ਦੇਖੋ ਰੈਂਟਲਸ, ਉਹ ਕਈ ਰੈਂਟਲਸ ਵੀ ਦੁਖੀ ਨੇ ਕਿ ਲੈਂਡਲੋਰਡ ਨੇ ਮੇਰੇ ਨਾਲ ਧੱਕਾ ਕੀਤਾ ਪਾਸਟ 'ਚ, ਠੀਕ ਹੈ, ਮੰਨ ਗਿਆ ਮੈਂ, ਯੈਸ ਰੋਂਗ ਹੈ। ਕਈ ਲੈਂਡਲੋਰਡ ਵੀ ਕੋਈ ਗੁੱਡ ਨਹੀਂ, ਕੋਈ ਤੋਤਾ ਨਹੀਂ, ਬਿਲਕੁਲ ਠੀਕ ਹੈ, ਕੋਈ ਵੀ ਨਹੀਂ, ਟੈਨੈਂਟ ਵੀ ਨਹੀਂ ਹੈਗੇ, ਟੈਨੈਂਟਾਂ ਨੇ ਕਈ ਧੱਕਾ ਕੀਤਾ ਲੈਂਡਲੋਰਡ ਹਰ ਥਾਂ ਦੇ ਬੰਦੇ। ਸੋ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਐਂਡ ਸਮਝ ਰਹੇ ਨੇ ਹੁਣ, ਐਕਚੁਅਲੀ ਟੱਚ ਵੁੱਡ ਕਾਫੀ ਲੋਕ ਸਮਝ ਰਹੇ ਨੇ। ਉਹ ਆ ਕੇ ਕਮ ਫਾਰਵਰਡ ਆ ਕੇ ਟੈਨੈਂਟਸ ਵੀ ਕਹਿ ਰਹੇ ਨੇ ਭਾਜੀ ਇਹ ਤਾਂ ਗੱਲ ਤੁਹਾਡੀ ਬਿਲਕੁਲ ਰਾਈਟ ਹੈ ਕਿ ਅਲਟੀਮੇਟਲੀ ਜੇ ਬੋਝ ਆਪਾਂ ਪਾਵਾਂਗੇ ਹੋਮ ਓਨਰ ਤੇ ਉਹ ਕਮਾਈ ਤਾਂ ਉਹਦੀ ਉਨੀ ਹੈ, ਰੈਂਟਲਸ ਤੇ ਵੀ ਪਊਗਾ, ਉਹ ਰੈਂਟ ਵਧਾਈ ਜਾਂਦਾ। ਹੁਣ ਇੱਕ ਵਾਰੀ ਰੈਂਟ ਦੀ ਆਦਤ ਪੈ ਗਈ ਲੈਂਡਲੋਰਡ ਨੂੰ, ਸੋਚੋ ਇਸ ਚੀਜ਼ ਨੂੰ, ਬਹੁਤ ਇੰਪੋਰਟੈਂਟ ਹੈ। ਉਹ ਤਾਂ ਅਗਲੇ ਨੇ ਤਾਂ ਹੁਣ ਸਿੰਗਲ ਬੈਡਰੂਮ ਬੇਸਮੈਂਟ 1,500 ਦੀ ਤੁਸੀਂ ਇੱਕ ਸੈੱਟ ਕਰਤਾ ਸਲੈਬ, ਤੇ ਫਿਰ ਜਦੋਂ ਇੰਟਰਸਟ ਰੇਟ ਫਿਰ ਥੱਲੇ ਆਣਗੇ ਤੇ ਫਿਰ ਆਪੇ ਵੀ ਹਾਊਸ ਪ੍ਰਾਈਸਿਸ ਕਿਤੇ ਵੱਧ ਜਾਣ। ਸੋ ਹੁਣੇ ਹੀ ਇਹਨੂੰ ਸੰਭਾਲ ਲੈਣ ਸਾਰੇ ਕੈਨੇਡੀਅਨ ਮਿਲ ਕੇ, ਟੈਨੈਂਟਸ, ਹੋਮ ਓਨਰਸ, ਦੈਨ ਇਹ ਚੀਜ਼ ਐਡੀ ਵੱਡੀ ਨਹੀਂ ਬਣੂਗੀ ਕਿ ਇਨਫਲੇਸ਼ਨ ਲੜਦੇ ਆਪਾਂ ਸਾਰਾ ਕੁਝ ਆਪਣਾ ਘਰ ਉਜਾੜ ਕੇ ਨਾ ਬਹਿ ਜਾਈਏ। ਸਾਰੇ ਕੈਨੇਡੀਅਨਸ ਆਪਣਾ ਘਰ ਨਾ ਉਜਾੜ ਕੇ ਬਹਿ ਜਾਣ, ਇਹ ਇਕੱਠੇ ਹੋਣ, ਇਸ ਇਸ਼ੂ ਤੇ ਅੱਗੇ ਵਧਣ। ਇਹ ਮੂਵਮੈਂਟ ਅਸੀਂ ਅੱਗੇ ਹੋਰ ਲੈ ਕੇ ਜਾਣੀ ਹੈ। ਅੱਗੇ ਹੋਰ ਕਹਿੰਦੇ ਨੇ ਹਾਈਕਸ ਆਉਣਗੀਆਂ, ਆਪਾਂ ਨੂੰ ਘੱਟ ਤੋਂ ਘੱਟ ਕਰੀਏ, ਜੋ ਰੋਕਣ ਦੀ ਕੋਸ਼ਿਸ਼ ਕਰੀਏ ਤੇ ਉਹਦਾ ਵਾਪਸ ਮੋੜਨ ਦਾ ਵੀ ਫਾਸਟ ਹੋਏਗਾ ਜਿੰਨੀ ਲੋਕ ਇਕੱਠੇ ਹੋ ਕੇ ਆਵਾਜ਼ ਉਠਾਣਗੇ। ਬਿਲਕੁਲ ਠੀਕ ਹੈ। ਸੋ ਇਕੱਠੇ ਹੋਣ, ਪਟੀਸ਼ਨ ਮੈਂ ਤੁਹਾਨੂੰ ਦੱਸੀ ਹੈ ਜਿੱਥੇ ਹੈਗੀ ਹੈ, ਪਲੀਜ਼ ਤੁਸੀਂ ਉਹ ਲਿੰਕ ਜੇ ਸ਼ੇਅਰ ਕਰ ਸਕੋ ਆਪਣੇ ਉਹਦੇ ਉੱਤੇ, ਤਾਂ ਕਿ ਲੋਕ ਉੱਥੇ ਜਾ ਕੇ ਉਹ ਲਿੰਕ ਪਟੀਸ਼ਨ ਸਾਈਨ ਕਰਨ। ਬਿਕੋਜ਼ ਜਦੋਂ ਪਟੀਸ਼ਨ ਦਿਖਦੀ ਹੈ ਨਾ ਉਦੋਂ ਉਸ ਚੀਜ਼ ਨੂੰ ਦਿਖਦੀ ਹੈ ਕਿ ਜੁੜੇ ਹੋਏ। ਆਪਣੀਆਂ ਕਮਿਊਨਿਟੀਜ਼ ਤੋਂ ਇਲਾਵਾ ਹੋਰ ਕਮਿਊਨਿਟੀ ਦੇ ਲੋਕ ਵੀ ਤੁਹਾਡੇ ਨਾਲ ਇਸ ਸਮਰਥਨ ਚ ਆਏ ਨੇ? ਐਬਸੋਲੂਟਲੀ, ਪਟੀਸ਼ਨ ਦੇ ਡੇਟਾ ਤੋਂ ਵੀ ਪਤਾ ਲੱਗਦਾ ਹੈ ਕਿ ਆਪਣੇ ਅਰਾਊਂਡ 50 to 60% ਨਾਨ ਇੰਡੋ ਕੈਨੇਡੀਅਨਸ ਨੇ ਸਾਈਨ ਕੀਤੀ ਹੈ ਪਟੀਸ਼ਨ। ਅੱਛਾ, ਸੋ ਨਾਨ ਇੰਡੀਅਨ origin ਤੋਂ ਕੀਤੀ ਹੈ। ਸੋ ਦੈਟ ਇਜ਼ ਅਮੇਜ਼ਿੰਗ, ਦੈਟ ਟੈਲਸ ਅਸ ਕਿ ਭਾਈ ਇਟ ਇਜ਼ ਨਾਟ ਅ ਪ੍ਰੋਬਲਮ ਜਸਟ ਫॉर ਸਮ ਕਮਿਊਨਿਟੀ, ਇਟ ਇਜ਼ ਫॉर ਆਲ ਕੈਨੇਡੀਅਨਸ। ਸੋ ਜੇ ਤੁਹਾਨੂੰ ਕੋਈ ਗੁੰਮਰਾਹ ਕਰਦਾ ਜੋ ਤੁਸੀਂ ਇਸ ਆਵਾਜ਼ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹੋ, ਇਹ ਰਾਈਟ ਬਿਲਕੁਲ ਨਹੀਂ ਹੈ। ਜਿਹੜੇ ਦੂਜੀ ਕਮਿਊਨਿਟੀ ਵਾਲੇ ਵੀ ਨੇ ਉਹ ਵੀ ਵਿਚਾਰੇ ਇੰਨੇ ਹੀ ਤੰਗ ਨੇ, ਉਹ ਸਗੋਂ ਜ਼ਿਆਦਾ ਤੰਗ ਨੇ। ਅਜੇ ਆਪਣਾ ਇੰਡੀਅਨ ਤਾਂ ਵਿਚਾਰਾ ਕੋਈ ਜਾ ਕੇ ਗੁਰਦੁਆਰੇ ਵੀ ਰੋਟੀ ਖਾ ਕੇ ਟਾਈਮ ਕੱਢ ਲੂਗਾ, ਉਹਨਾਂ ਕੋਲ ਤਾਂ ਉਹ ਵੀ ਸਾਧਨ ਨਹੀਂ ਹੈ। ਦਾਰਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਇਹ ਮੇਰੇ ਖਿਆਲ ਨੂੰ ਲੋਕਾਂ ਨੂੰ ਸਮਝਣ ਦੀ ਲੋੜ ਆ, ਤੇ ਉਮੀਦ ਕਰਦੇ ਹਾਂ ਕਿ ਹੱਲਿਆਂ ਦੇ ਨਾਲ ਕੁਝ ਕੁ ਜਾਗਰੂਕਤਾ ਜਿਹੜੀ ਜ਼ਰੂਰ ਵਧੇ ਤੇ ਵੱਧ ਚੜ੍ਹ ਕੇ ਲੋਕ ਇਸ ਚੀਜ਼ ਬਾਬਤ ਐਟਲੀਸਟ ਆਵਾਜ਼ ਚੁੱਕਣ, ਗੱਲਬਾਤ ਜ਼ਰੂਰ ਕਰਨ। ਤੁਹਾਡਾ ਧੰਨਵਾਦ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸੋ ਇਸ ਨੂੰ ਸਾਡੇ ਨਾਲ ਐਡਵੋਕੇਟ ਹੋਣਵੀਰ ਰੰਧਾਵਾ। ਸੋ ਇਹ ਜਿਹੜਾ ਇੰਟਰਸਟ ਰੇਟ, ਵਿਆਜ ਦਰਾਂ ਵਧਣ ਵਾਲਾ ਮੁੱਦਾ ਆ, ਇਹ ਹਰ ਇੱਕ ਕੈਨੇਡੀਅਨ ਨੂੰ ਇਫੈਕਟ ਕਰ ਰਿਹਾ, ਚਾਹੇ ਕੋਈ ਘਰਾਂ ਦਾ ਮਾਲਕ ਆ, ਚਾਹੇ ਕੋਈ ਘਰਾਂ ਦੇ ਵਿੱਚ ਕਿਰਾਏਦਾਰ ਆ, ਚਾਹੇ ਕੋਈ ਹਾਊਸਿੰਗ ਇੰਡਸਟਰੀ ਦੇ ਨਾਲ ਕੰਮਾਂ ਕਾਰਾਂ ਦੇ ਸੰਬੰਧਿਤ ਹੈ। ਹਰ ਇੱਕ ਇਕੱਲੇ ਬੰਦੇ ਨੂੰ ਇਹਦਾ ਅਸਰ ਪ੍ਰਭਾਵ ਪੈ ਰਿਹਾ। ਕਿਸੇ ਨੂੰ ਅੱਜ ਪੈਣਾ, ਕਿਸੇ ਨੂੰ 2-4 ਮਹੀਨੇ ਨੂੰ, ਕਿਸੇ ਨੂੰ ਅਜੇ ਲੱਭਣਾ ਨਹੀਂ, ਸਮਾਂ ਪਾ ਕੇ ਲੱਭਣਾ। ਸੋ ਇਹਦੇ ਬਾਬਤ ਸਿਰ ਜੋੜ ਕੇ ਬੈਠ ਕੇ ਜਿਹੜੀ ਗੱਲਬਾਤ ਕਰਨ ਦੀ ਲੋੜ ਜ਼ਰੂਰ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।